ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜਦੋਂ ਅਕਸਰ ਪੰਜਾਬ ਦੇ ਵਿੱਚ ਝੋਨੇ ਦੀ ਗੱਲ ਕੀਤੀ ਜਾਂਦੀ, ਪਿਛਲੇ ਸਮੇਂ ਦੇ ਦੌਰਾਨ ਵੀ ਹੋਈ, ਤਾਂ ਉਦੋਂ ਇੱਕ ਇਸ ਗੱਲ ਦੀ ਬੜੀ ਚਰਚਾ ਚੱਲੀ ਕਿ ਹਰ ਵਾਰ ਜਿਹੜਾ ਦੋਸ਼ ਆ ਉਹ ਕਿਸਾਨਾਂ ਦੇ ਸਿਰ ਮੜਿਆ ਜਾਂਦਾ ਅਤੇ ਜਾਂ ਫਿਰ ਆਮ ਤੌਰ ਦੇ ਉੱਪਰ ਇਹ ਕਿਹਾ ਜਾਂਦਾ ਕਿ ਦੱਸੋ ਫਿਰ ਕੀ ਕੀਤਾ ਜਾਵੇ। ਉਹਦੇ 'ਚ ਇੱਕ ਗੱਲ ਤਾਂ ਇਹ ਹੈਗੀ ਕਿ ਜਦੋਂ ਆਪਾਂ ਕਿਸੇ ਵੀ ਸਮੱਸਿਆ ਨੂੰ ਵਿਚਾਰਦੇ ਹਾਂ, ਉਹਦੇ ਕਾਰਨਾਂ ਦੀ ਗੱਲ ਕਰਦੇ ਹਾਂ, ਅਤੇ ਉਹਦੇ ਪਿੱਛੇ ਜੋ ਦਿਸਦੇ ਰੂਪ ਦੇ ਵਿੱਚ ਧਿਰ ਸਾਹਮਣੇ ਆ ਜਾਂਦੀ, ਆਪਾਂ ਸੁਤੇ ਸਿੱਧੀ ਇਹ ਗੱਲ ਮੰਨ ਲੈਂਦੇ ਕਿ ਸ਼ਾਇਦ ਇਹ ਧਿਰ ਦੋਸ਼ੀ ਹੈ। ਇਹ ਇੱਕ ਪਰਸੈਪਸ਼ਨ ਆ ਜਿਹੜੀ ਆਪਣੇ ਮਨ ਦੇ ਵਿੱਚ ਇੱਕ ਧਾਰਨਾ ਆ ਜਿਹੜੀ ਬਣ ਜਾਂਦੀ ਹੈ। ਪਰ ਜਦੋਂ ਉਸ ਚੀਜ਼ ਦੇ ਨਾਲ ਜੁੜੀਆਂ ਹੋਈਆਂ, ਉਹਨਾਂ ਹਾਲਾਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਹੂਲਤਾਂ ਨੇ, ਉਹ ਵੀ ਉਸ ਧਿਰ ਨੂੰ ਜਕੜ ਦੇ ਵਿੱਚ ਲੈ ਲੈਂਦੀਆਂ ਕਿ ਜਿੱਥੇ ਕਿਤੇ ਗੁੰਜਾਇਸ਼ ਵੀ ਹੁੰਦੀ ਉਸ ਹਾਲਾਤ ਦੇ ਵਿੱਚੋਂ ਬਾਹਰ ਨਿਕਲਣ ਦੀ, ਉੱਥੇ ਵੀ ਅਸੀਂ ਸੁਖਾਲੇ ਵਿਕਲਪ ਭਾਲਦੇ ਹਾਂ। ਸੋ ਇਸੇ ਤਰ੍ਹਾਂ ਹੀ ਇੱਕ ਤਾਂ ਇਹ ਹੈ ਕਿ ਜਦੋਂ ਝੋਨੇ ਦੇ ਬਾਰੇ ਦੇ ਵਿੱਚ ਗੱਲ ਕੀਤੀ ਜਾਂਦੀ, ਪੰਜਾਬ ਦੇ ਵਿੱਚ 1 ਕਰੋੜ 5 ਲੱਖ ਏਕੜ ਖੇਤੀ ਹੇਠ ਰਕਬਾ ਆ, ਔਰ ਲਗਭਗ 77 ਲੱਖ ਏਕੜ ਦੇ ਵਿੱਚ ਜਿਹੜਾ ਆ ਉਹ ਝੋਨਾ ਲੱਗਦਾ। ਸੋ ਜਦੋਂ ਕਿਸੇ ਵੀ ਇੱਕ ਫਸਲ ਦੀ ਗੱਲ ਵਧਵੇਂ ਰੂਪ 'ਚ ਕੀਤੀ ਜਾਂਦੀ ਹੈ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕਿੰਨੇ ਜ਼ਿਆਦਾ ਵੱਡੇ ਖੇਤਰ ਦੀ ਗੱਲ ਕਰ ਰਹੇ ਹਾਂ। ਆਮ ਆਪਾਂ ਇੱਕ ਝੋਨਾ ਕਹਿ ਕੇ ਉੱਥੋਂ ਤੱਕ ਸੀਮਤ ਕਰਕੇ ਦੇਖ ਲੈਂਦੇ। ਪੰਜਾਬ ਦੀ ਸਮੱਸਿਆ ਇੱਕ ਤਾਂ ਇਹ ਹੈਗੀ ਕਿ ਇੰਨੇ ਛੋਟੇ ਖਿੱਤੇ ਦੇ ਵਿੱਚ ਇੰਨੀ ਜ਼ਿਆਦਾ ਵਾਹੀਯੋਗ ਜਿਹੜੀ ਜ਼ਮੀਨ ਆ ਉਹ ਸ਼ਾਇਦ ਹੋਰ ਕਿਤੇ ਨਾ ਹੋਵੇ। ਪੰਜਾਬ ਭੂਗੋਲਿਕ ਤੌਰ ਦੇ ਉੱਪਰ ਕੋਈ ਬਹੁਤ ਵੱਡਾ ਖੇਤਰ ਨਹੀਂ ਹੈਗਾ ਹੁਣ ਦਾ ਜਿਹੜਾ ਪੰਜਾਬ ਇਹ ਹੈਗਾ ਆ। ਅਟਾਰੀ ਤੋਂ ਲੈ ਕੇ ਤੁਸੀਂ ਸ਼ੰਭੂ ਬੈਰੀਅਰ ਤੱਕ ਲਾ ਲਓ, ਕਿੰਨੇ ਕਿਲੋਮੀਟਰ ਬਣਦੇ ਆ, ਪਰ ਉਹਦੇ ਵਿੱਚ ਜਿਹੜਾ ਖੇਤੀ ਦੇ ਹੇਠ ਰਕਬਾ ਆ ਉਹ ਬਹੁਤ ਜ਼ਿਆਦਾ ਆ। ਔਰ ਪੰਜਾਬ ਦੇ ਵਿੱਚ ਜਿਹੜਾ ਖੇਤੀ ਦੇ ਹੇਠ ਰਕਬਾ ਆ ਉਹ ਸਾਰਾ ਹੀ ਤਕਰੀਬਨ, ਬਹੁਤ ਥੋੜ੍ਹਾ ਇਲਾਕਾ ਅੱਜ ਕੱਲ੍ਹ ਬਰਾਨੀ ਰਹਿ ਗਿਆ ਹੋਊਗਾ, ਨਹੀਂ ਤਾਂ ਸਾਰਾ ਹੀ ਜਿਹੜਾ ਇਲਾਕਾ ਆ ਉਹ ਸਿੰਜਾਈ ਦੇ ਹੇਠ ਹੈ। ਔਰ ਸਿੰਜਾਈ ਦੇ ਵਿੱਚ ਵੀ ਅਸੀਂ ਕਦੀ ਲਗਭਗ ਅੱਧਾ ਪਾਣੀ ਅਸੀਂ ਜਿਹੜਾ ਆ ਉਹ ਦਰਿਆਈ ਪਾਣੀ ਪੰਜਾਬ ਦੇ ਵਿੱਚ ਲਾਉਂਦੇ ਸੀਗੇ, ਪਰ ਹੁਣ ਪੰਜਾਬ ਦਾ ਸਿਰਫ 25% ਰਕਬਾ ਹੈਗਾ ਜਿਹੜਾ ਅਸੀਂ ਦਰਿਆਈ ਪਾਣੀ ਜਾਂ ਨਹਿਰੀ ਪਾਣੀ ਦੇ ਨਾਲ ਸਿੰਜ ਰਹੇ, ਬਾਕੀ ਪਾਣੀ ਅਸੀਂ ਜ਼ਮੀਨ ਦੇ ਵਿੱਚੋਂ ਕੱਢ ਰਹੇ ਹਾਂ। ਔਰ ਜਿੰਨੇ ਇਲਾਕੇ ਦੇ ਵਿੱਚ ਕੇਂਦਰੀ ਪੰਜਾਬ ਦੇ ਵਿੱਚ ਜਾਂ ਹੋਰ ਜਿੱਥੇ ਝੋਨਾ ਲੱਗ ਰਿਹਾ ਆ ਵੱਡੀ ਗਿਣਤੀ ਦੇ ਵਿੱਚ, ਜ਼ਿਆਦਾ ਪਾਣੀ ਜਿਹੜਾ ਆ ਉਹ ਜ਼ਮੀਨ ਦੇ ਹੇਠੋਂ ਕੱਢਿਆ ਜਾ ਰਿਹਾ ਹੈ। ਹੁਣ ਜਿਹੜੀ ਗੱਲ ਅਕਸਰ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਕੋਲ ਸਮੁੰਦਰ ਨਹੀਂ ਹੈਗਾ, ਪਰ ਉਹ ਇੱਕ ਸਮੁੰਦਰ ਅਸੀਂ ਆਰਟੀਫਿਸ਼ਲ ਜਿਹੜਾ ਆ ਉਹ ਝੋਨੇ ਦੇ ਦਿਨਾਂ ਦੇ ਵਿੱਚ ਬਣਾ ਲਿਆ, ਜਿਹਦੇ ਵਿੱਚੋਂ ਇਹ ਵੈਟ ਬਲਬ ਟੈਂਪਰੇਚਰ ਵਾਲੀ ਸਮੱਸਿਆ ਸਾਹਮਣੇ ਆਈ। ਸੋ ਇੱਕ ਗੱਲ ਤਾਂ ਇਹ ਸਮਝਣੀ ਚਾਹੀਦੀ ਕਿ ਇਹ ਸਾਰੇ ਕਾਸੇ ਦੇ ਪਿੱਛੇ ਜੇ ਬੁਨਿਆਦੀ ਰੂਪ ਦੇ ਵਿੱਚ ਕੋਈ ਧਿਰ ਮੂਲ ਰੂਪ 'ਚ ਜ਼ਿੰਮੇਵਾਰ ਆ, ਤਾਂ ਉਹ ਇੱਥੋਂ ਦਾ ਨਿਜ਼ਾਮ ਜਾਂ ਇੱਥੋਂ ਦੀ ਸਰਕਾਰ ਹੈ ਕਿ ਜਿਨੀ ਆਪ ਦੀਆਂ ਲੋੜਾਂ ਪੂਰੀਆਂ ਕਰਨ ਦੇ ਵਾਸਤੇ ਪੰਜਾਬ ਦੇ ਵਿੱਚ ਕੁੱਲ ਹਾਲਾਤ ਇਸ ਤਰ੍ਹਾਂ ਦੇ ਬਣਾਏ ਕਿ ਜਿਸ ਤਰ੍ਹਾਂ ਬਸਤੀਵਾਦੀ ਦੌਰ ਦੇ ਵਿੱਚ ਇੱਕ ਬਸਤੀ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਉੱਥੋਂ ਦੇ ਕੁਦਰਤੀ ਸਾਧਨਾਂ ਦੀ, ਉੱਥੋਂ ਦੀ ਉਪਜ ਦੀ, ਕਿਰਤ ਦੀ ਲੁੱਟ ਕੀਤੀ ਜਾਂਦੀ ਸੀ, ਜਿਹਦੀ ਏਵਜ਼ ਦੇ ਵਿੱਚ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਸੀਗੀਆਂ। ਪੰਜਾਬ ਦੀ ਪੋਲੀਟੀਕਲ ਸਬਜੂਗੇਸ਼ਨ ਕਰਕੇ ਇੱਕ ਤਾਂ ਸਾਰੇ ਉਹ ਹਾਲਾਤ ਪਿਛਲੇ ਸਮੇਂ ਦੇ ਦੌਰਾਨ ਇੱਥੇ ਬਣੇ ਰਹੇ ਆ। ਅਸੀਂ ਫਸਲੀ ਚੱਕਰ ਬਦਲਣ ਦੀ ਗੱਲ ਬੜੀ ਪੁਰਾਣੀ ਚੱਲਦੀ ਰਹੀ। ਅਸੀਂ ਜਦੋਂ ਯੂਨੀਵਰਸਿਟੀ ਪੜ੍ਹਦੇ ਸੀਗੇ ਉਦੋਂ ਸਰਦਾਰ ਪ੍ਰੀਤਮ ਸਿੰਘ IAS ਰਿਟਾਇਰਡ ਹੋ ਗਏ ਸੀ। ਉਦੋਂ ਉਹ 25 ਸਾਲ ਪਲੈਨਿੰਗ ਕਮਿਸ਼ਨ ਦੇ ਵਿੱਚ ਰਹੇ, 2 ਟਰਮ ਉਹ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਰਹੇ। ਸੋ ਉਹਨਾਂ ਨੂੰ ਸਾਲ 2007-08 ਦੇ ਕਰੀਬ ਮੈਂ ਚੰਡੀਗੜ੍ਹ ਉਹਨਾਂ ਦੀ ਰਿਹਾਇਸ਼ ਦੇ ਉੱਪਰ ਮਿਲਿਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਡਾਈਵਰਸੀਫਿਕੇਸ਼ਨ ਦੇ ਵਾਸਤੇ, ਉਹ ਕਹਿੰਦੇ ਜਦੋਂ ਮੈਂ ਪਲੈਨਿੰਗ ਕਮਿਸ਼ਨ ਦੇ ਵਿੱਚ ਸੀਗਾ ਅਸੀਂ 2 ਵਾਰ ਪੂਰਾ ਪਲਾਨ ਤਿਆਰ ਕੀਤਾ, ਏਰੀਆ ਆਇਡੈਂਟੀਫਾਈ ਕੀਤੇ, ਜਿੱਦਾਂ ਮੋਗੇ ਦੀ ਕੇਂਦਰੀ ਪੰਜਾਬ ਦੀ ਗੱਲ ਆ, ਸਭ ਤੋਂ ਵੱਧ ਪਾਣੀ ਦਾ ਸੰਕਟ, ਰੁੱਖ ਵੀ ਉੱਥੇ ਨਹੀਂ ਹੈਗੇ ਅਤੇ ਜ਼ਮੀਨੀ ਪਾਣੀ ਦੀ ਹਾਲਤ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਗੰਭੀਰ ਹੈ। ਸੋ ਕਹਿੰਦੇ ਅਸੀਂ ਇਲਾਕੇ ਆਇਡੈਂਟੀਫਾਈ ਕੀਤੇ, ਫਸਲਾਂ ਆਇਡੈਂਟੀਫਾਈ ਕੀਤੀਆਂ, ਇਹ ਕਿਹਾ ਕਿ ਇਨਸੈਂਟਿਵ ਦੇ ਕੇ ਆਪਾਂ ਇਹ ਇਲਾਕੇ ਪਹਿਲ ਦੇ ਆਧਾਰ ਦੇ ਉੱਪਰ ਝੋਨੇ ਦੇ ਹੇਠੋਂ ਬਾਹਰ ਕੱਢਣੇ ਆ। ਪਰ ਉਹ ਕਹਿੰਦੇ ਕਿ ਦੋਵੇਂ ਵਾਰ ਇਹ ਗੱਲ ਹੋਈ ਕਿ ਜਦੋਂ ਪੰਜਾਬ ਸਰਕਾਰ ਉਸ ਸਕੀਮ ਨੂੰ ਇੰਪਲੀਮੈਂਟ ਕਰਨ ਦੇ ਉੱਪਰ ਆ ਜਾਂਦੀ ਸੀਗੀ
ਕਣਕ ਦੇ ਝੋਨੇ ਦੇ ਫਸਲੀ ਚੱਕਰ ਦੇ ਉੱਪਰ ਸਟੇਟਾਂ ਨੂੰ ਸੈਂਟਰ ਗਵਰਨਮੈਂਟ ਆਪਣੇ ਵੱਲੋਂ ਇਨਸੈਂਟਿਵ ਅਨਾਉਂਸ ਕਰ ਦਿੰਦੀ ਸੀਗੀ। ਔਰ ਇੱਥੇ ਸੂਬਾ ਸਰਕਾਰਾਂ ਦੀ ਹਾਲਾਤ ਇਸ ਤਰ੍ਹਾਂ ਦੀ ਹੈਗੀ ਹੈ ਕਿ ਜਿੰਨੇ ਕਮਾਈ ਦੇ ਸਾਧਨ ਹੈ ਹਿੰਦੁਸਤਾਨ ਦੇ ਵਿੱਚ, ਉਹ ਸਾਰੇ ਮਹਿਕਮੇ ਕੇਂਦਰ ਦੇ ਕੋਲ ਹੈ। ਜਿੰਨੇ ਖਰਚੇ ਦੇ ਸਾਧਨ ਹੈ, ਜਿੰਨੀਆਂ ਮੱਦਾਂ ਖਰਚੇ ਦੀਆਂ ਨੇ, ਇੰਟਰਨਲ ਸਿਕਿਉਰਿਟੀ ਬੜਾ ਵੱਡਾ ਖਰਚੇ ਦਾ ਮਸਲਾ ਆ। ਤੁਸੀਂ ਕਿਸੇ ਨੇ ਸੁਣਿਆ ਵੀ ਪੁਲਿਸ ਵਾਲਿਆਂ ਨੇ ਧਰਨਾ ਲਾਇਆ ਹੋਵੇ ਵੀ ਸਾਨੂੰ ਤਨਖਾਹ ਲੇਟ ਹੋ ਗਈ ਹੈ, ਸਾਡੀ ਤਨਖਾਹ ਵਧਾਈ ਜਾਵੇ? ਕਦੀ ਨਹੀਂ ਲੱਗਦਾ, ਕਿਉਂਕਿ ਉਹ ਟੌਪ ਪ੍ਰਾਇਓਰਿਟੀ 'ਤੇ ਆ। ਜਦੋਂ ਖਜ਼ਾਨੇ ਦੀ ਵੰਡ ਹੋਣੀ, ਟੌਪ ਪ੍ਰਾਇਓਰਟੀ ਆ ਕਿ ਇੰਟਰਨਲ ਸਿਕਿਉਰਿਟੀ ਦੇ ਵਾਸਤੇ ਜਾਣਾ, ਔਰ ਉਹਦਾ ਜਿੰਨਾ ਖਰਚਾ ਆ ਉਹ ਸਟੇਟਾਂ ਦੇ ਕੋਲ ਹੈ। ਇਸੇ ਤਰ੍ਹਾਂ ਸਿੱਖਿਆ, ਸਿਹਤ, ਇਹ ਜਿਹੜੀ ਵੱਡੀਆਂ ਖਰਚੇ ਦੀਆਂ ਮੱਦਾਂ ਉਹ ਸਟੇਟਾਂ ਦੇ ਕੋਲ ਹੈ। ਔਰ ਉੱਥੇ ਉਹ ਸਦਾ ਹੀ ਸੈਂਟਰ ਵੱਲ ਨੂੰ ਦੇਖਦੇ ਰਹਿੰਦੇ ਆ ਕਿ ਸਾਨੂੰ ਕੋਈ ਇੱਧਰੋਂ ਖੈਰਾਤ ਮਿਲੇ। ਸੋ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 2 ਵਾਰ ਉਹ ਕਹਿੰਦੇ ਕਿ ਮੈਨੂੰ ਯਾਦ ਹੈ ਕਿ ਅਸੀਂ ਪੂਰਾ ਪਲਾਨ ਬਣਾਇਆ, ਪਰ ਕੇਂਦਰ ਦੇ ਵੱਲੋਂ ਉਸੇ ਫਸਲੀ ਚੱਕਰ ਦੇ ਉੱਪਰ ਸਟੇਟਾਂ ਨੂੰ ਇਨਸੈਂਟਿਵ ਅਨਾਉਂਸ ਕੀਤੇ ਗਏ। ਉਹ ਸਾਰੀ ਜਿੰਨੀ ਵਿਉਂਤਬੰਦੀ ਸੀਗੀ ਪੰਜਾਬ ਨੂੰ ਬਚਾਉਣ ਦੀ, ਉਹ ਸਾਰੀ ਧਰੀ ਧਰਾਈ ਰਹਿ ਗਈ। ਸੋ ਕਿਸਾਨਾਂ ਦੇ ਵਿੱਚੋਂ ਵੀ ਆਪਾਂ ਗੱਲ ਕਰ ਸਕਦੇ ਕਿ ਕਿਹੜੇ ਹਿੱਸੇ ਹੈਗੇ ਆ ਜਿਹੜੇ ਖੇਤੀ ਦੇ ਉੱਪਰ ਨਿਰਭਰ ਨਹੀਂ ਹੈਗੇ। ਉਹਨਾਂ ਦੇ ਕੋਲ ਤਾਂ ਗੁੰਜਾਇਸ਼ ਹੈਗੀ ਹੈ, ਪਰ ਉਹ ਵੀ ਇੱਕ ਇਸ ਤਰ੍ਹਾਂ ਦਾ ਮਾਹੌਲ ਸਾਰਾ ਸਿਰਜਿਆ ਹੋਇਆ ਕਿ ਉਹ ਹਿੱਸੇ ਵੀ ਇਨੀਸ਼ੀਏਟਿਵ ਓਨੇ ਵੱਡੇ ਪੱਧਰ 'ਤੇ ਨਹੀਂ ਲੈ ਰਹੇ। ਸੋ ਓਵਰਆਲ ਸਾਰੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਜਦੋਂ ਆਪਾਂ ਦੋਸ਼ ਦੀ ਗੱਲ ਕਰਦੇ ਹਾਂ। ਸੋ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਪਰ ਚੱਲਦਾ ਰਿਹਾ ਪਿਛਲੇ ਸਮੇਂ ਦੌਰਾਨ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਔਰ ਨਾ ਹੀ ਇਹ ਗੱਲ ਆ ਕਿ ਜੇਕਰ ਸਾਡੇ ਮਨਾਂ ਦੇ ਵਿੱਚ, ਕਿਸੇ ਦੇ ਮਨ ਦੇ ਵਿੱਚ ਅਧੂਰੀ ਜਾਣਕਾਰੀ ਕਰਕੇ ਜਾਂ ਆਪ ਦੇ ਮੁਫਾਦਾਂ ਕਰਕੇ ਇਹ ਪਰਸੈਪਸ਼ਨ ਬਣਦੀ ਹੈ ਕਿ ਇਹਦਾ ਦੋਸ਼ ਕਿਸਾਨਾਂ ਦੇ ਸਿਰ ਦਿੱਤਾ ਜਾ ਰਿਹਾ, ਤੇ ਉਹਦੀ ਗੱਲ ਹੀ ਨਾ ਕੀਤੀ ਜਾਵੇ, ਕਿਉਂਕਿ ਉਹਦੀ ਗੱਲ ਕਰਨੀ ਬਣਦੀ ਹੈ। ਠੀਕ ਆ, ਇੰਡਸਟਰੀ ਦੇ ਵਿੱਚ ਵੀ ਵੇਸਟੇਜ ਹੁੰਦੀ ਹੈ, ਘਰੇਲੂ ਵਰਤੋਂ ਦੇ ਵਿੱਚ ਵੀ, ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਭਾਵੇਂ ਥੋੜ੍ਹੀ ਹੁੰਦੀ ਹੋਵੇ। ਆਪਾਂ ਦੇਖਦੇ ਹਾਂ ਕਿ ਪਾਣੀ ਦੀ ਦੁਰਵਰਤੋਂ ਜਿਹੜੀ ਆ ਉਹ ਹੁੰਦੀ ਹੈ। ਜਿੰਨੇ ਵੱਡੇ ਸ਼ਹਿਰ, ਜਿੰਨਾ ਅਰਬਨ ਲਾਈਫ ਸਟਾਈਲ ਆ, ਇਹ ਸਾਰਾ ਹੀ ਪਾਣੀ ਦਾ ਖੌਅ ਹੈ, ਔਰ ਇਹਦੇ ਵਿੱਚ ਬਹੁਤ ਜ਼ਿਆਦਾ ਖਪਤ ਪਾਣੀ ਦੀ ਵਧੀ ਹੈ। ਇਹਦੇ ਵਿੱਚ ਆਪਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਇੱਕ ਸਮੱਸਿਆ ਦੇ ਜਿਹੜੇ ਵੱਖਰੇ ਵੱਖਰੇ ਪੱਖ ਨੇ, ਉਹ ਕਦੀ ਵੀ ਮਿਊਚੁਅਲੀ ਐਕਸਕਲੂਸਿਵ ਨਹੀਂ ਹੁੰਦੇ। ਇੱਦਾਂ ਨਹੀਂ ਹੁੰਦਾ ਕਿ ਇੱਕੋ ਹੀ ਪੱਖ ਆ ਅਤੇ ਬਾਕੀ ਨਹੀਂ ਹੈਗੇ। ਖੇਤੀ ਦੇ ਵਿੱਚ ਝੋਨੇ ਕਰਕੇ ਪਾਣੀ ਦਾ ਖੌਅ ਬਣਿਆ ਹੋਇਆ, ਇਹ ਪੰਜਾਬ ਦੇ ਵਿੱਚ ਇੱਕ ਹਕੀਕਤ ਆ, ਜਿਹਦਾ ਨਤੀਜਾ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਕੁਝ ਰਹਿੰਦੇ ਬਲਾਕ ਵੀਰ ਨੇ ਦੱਸਿਆ ਚਿੱਟੇ ਸੀਗੇ, ਉਹਨਾਂ ਦਾ ਵੀ ਰੰਗ ਬਦਲ ਕੇ ਉਹ ਕ੍ਰਿਟੀਕਲ, ਸੈਮੀ ਕ੍ਰਿਟੀਕਲ ਜਾਂ ਓਵਰ ਐਕਸਪਲੋਇਟਡ ਦੇ ਵਿੱਚ ਆ ਗਏ। ਸਾਰਾ ਹੀ ਨਕਸ਼ਾ ਲਾਲ ਆਪਾਂ ਦੇਖ ਚੁੱਕੇ ਹਾਂ। ਦੂਜੀ ਗੱਲ ਇਹ ਆ ਕਿ ਘਰੇਲੂ ਵਰਤੋਂ ਦੇ ਵਿੱਚ ਵੀ ਦੁਰਵਰਤੋਂ ਹੋ ਰਹੀ ਹੈ, ਇੰਡਸਟਰੀ ਦੇ ਵਿੱਚ ਵੀ ਹੋ ਰਹੀ ਹੈ, ਬਰਸਾਤ ਵੀ ਘਟ ਰਹੀ ਹੈ, ਫਸਲੀ ਚੱਕਰ ਨਹੀਂ ਬਦਲਿਆ ਜਾ ਰਿਹਾ ਪੰਜਾਬ ਦੀ ਪੋਲੀਟੀਕਲ ਸਬਜੂਗੇਸ਼ਨ ਦੇ ਕਰਕੇ। ਔਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਮਿਲਾ ਕੇ ਉਹ ਹਾਲਾਤ ਬਣਦੇ ਨੇ ਜਿਨ੍ਹਾਂ ਹਾਲਾਤਾਂ ਦਾ ਅਸੀਂ ਸਾਹਮਣਾ ਕਰ ਰਹੇ। ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦਾ ਮਸਲਾ ਵੀ ਉਹਦੇ ਵਿੱਚ ਸ਼ਾਮਲ ਹੈਗਾ ਆ। ਸੋ ਇਹਦੇ ਵਿੱਚੋਂ ਕੋਈ ਵੀ ਪੱਖ ਇੱਦਾਂ ਨਹੀਂ ਹੈਗਾ ਕਿ ਆਹ ਇੱਕ ਪੱਖ ਹੀ ਇਸ ਸਮੱਸਿਆ ਦਾ ਕਾਰਨ ਹੈ, ਬਾਕੀ ਸਾਰੇ ਨਹੀਂ ਹੈਗੇ। ਇਹ ਸਾਰੇ ਕਾਰਨ ਮਿਲ ਕੇ ਇੱਕ ਸਮੱਸਿਆ ਦਾ ਵਿਕਰਾਲ ਰੂਪ ਬਣ ਰਿਹਾ, ਜਿਹਦੇ ਵਿੱਚ ਆਪਾਂ ਫਸੇ ਹੋਏ ਹਾਂ। ਇਸੇ ਤਰ੍ਹਾਂ ਜਦੋਂ ਆਪਾਂ ਹੱਲ ਦੀ ਗੱਲ ਕਰਦੇ ਹਾਂ ਤਾਂ ਬਹੁਤੀ ਵਾਰ ਇਹ ਕਿਹਾ ਜਾਂਦਾ ਕਿ ਸਰਕਾਰ ਦੇ ਵੱਲੋਂ ਹੱਲ ਕੀਤਾ ਜਾਵੇ। ਇਹ ਗੱਲ ਠੀਕ ਹੈ। ਜਿਹੜਾ ਨਿਜ਼ਾਮ ਹੈ, ਜਿਹੜੇ ਪੋਲੀਟੀਕਲ ਸਿਸਟਮ ਨੇ ਸਮਾਜ ਦੇ ਕੋਲੋਂ ਰਾਜਸੀ ਤਾਕਤਾਂ ਲਈਆਂ, ਇਸ ਵਾਅਦੇ ਦੇ ਉੱਪਰ ਲਈਆਂ ਕਿ ਜੋ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਹੋਣਗੀਆਂ, ਇਹ ਰਾਜਸੀ ਨਿਜ਼ਾਮ ਉਹਨਾਂ ਦਾ ਹੱਲ ਕਰੂਗਾ। ਪਰ ਜਦੋਂ ਹੱਲ ਨਹੀਂ ਕਰ ਰਿਹਾ, ਆਪਾਂ ਨੂੰ ਦਿਸ ਰਿਹਾ ਆ, ਜਿੱਦਾਂ ਡਾਈਵਰਸੀਫਿਕੇਸ਼ਨ ਰਿਪੋਰਟ ਦੀ ਗੱਲ ਚੱਲਦੀ ਆ, ਤਾਂ 1985 ਦੇ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਦੇ ਵੱਲੋਂ ਡਾਈਵਰਸੀਫਿਕੇਸ਼ਨ ਦੀ ਗੱਲ ਆਈ। 1985 ਦੇ ਵਿੱਚ, ਆਪਾਂ 2022 ਦੇ ਵਿੱਚ ਗੱਲ ਕਰ ਰਹੇ। ਰਿਪੋਰਟ ਹੈਗੀ ਆ, ਰਿਵਾਈਜ਼ ਕੀਤੀ ਗਈ ਸਾਲ 2002 ਦੇ ਲਾਗੇ, ਪਰ ਉਹ ਕਦੀ ਵੀ ਲਾਗੂ ਨਹੀਂ ਹੋਈ। ਜਿਹੜੇ ਬੰਦਿਆਂ ਨੇ ਆਪਣੇ ਤੌਰ ਦੇ ਉੱਪਰ, ਅਫਸਰਾਂ ਨੇ, ਕੋਈ ਪੰਜਾਬ ਪੱਖੀ ਸੀਗੇ, ਉਹ ਕਿਸੇ ਅਹੁਦੇ ਦੇ ਉੱਪਰ ਪਹੁੰਚੇ, ਉਹਨਾਂ ਨੇ ਕੋਸ਼ਿਸ਼ ਕੀਤੀ, ਉਹ ਕੋਸ਼ਿਸ਼ਾਂ ਵੀ ਇਸ ਸੈਟਅਪ ਦੇ ਵਿੱਚ ਨਾਕਾਮ ਹੋਈਆਂ। ਸੋ ਅੱਜ ਸਥਿਤੀ ਇਸ ਤਰ੍ਹਾਂ ਦੀ ਆ ਗਈ ਹੈ। ਠੀਕ ਹੈ, ਪੋਲੀਟੀਕਲ ਪਾਵਰ ਦੇ ਰਾਹੀਂ ਹੋਣ ਵਾਲਾ ਸਲਿਊਸ਼ਨ ਹੀ ਇਹਦੇ ਸਾਰੇ ਪਸਾਰਾਂ ਦੇ ਉੱਪਰ ਅਸਰ ਅੰਦਾਜ਼ ਹੋਣਾ,
ਪਰ ਜਿੰਨੀ ਤੇਜ਼ੀ ਦੇ ਨਾਲ ਅਸੀਂ ਖੂਹ ਵੱਲ ਨੂੰ ਵੱਧ ਰਹੇ ਹਾਂ, ਜੇ ਅਸੀਂ ਉਸ ਰਫ਼ਤਾਰ ਦੇ ਵਿੱਚ ਆਪਣੇ ਪੈਰਾਂ ਦਾ ਜ਼ੋਰ ਲਾ ਕੇ ਉਹਦੀ ਰਫ਼ਤਾਰ ਹੌਲੀ ਕਰਨ ਦੀ ਕੋਸ਼ਿਸ਼ ਨਾ ਕੀਤੀ ਤਾਂ ਇਹ ਯਕੀਨੀ ਹੈ, ਜਿੰਨੀ ਵੀ ਤੁਸੀਂ ਪੜ੍ਹ ਲਓ, ਕਿਸੇ ਨਾਲ ਗੱਲ ਕਰ ਲਓ, ਕੋਈ ਅੰਕੜਾ ਦੇਖ ਲਓ, ਕੁਛ ਵੀ ਕਰ ਲਓ, ਦੁਨੀਆ ਦੀਆਂ ਐਗਜ਼ੈਂਪਲਾਂ ਦੇਖ ਲਓ। ਆਮ ਤੌਰ ਦੇ ਉੱਪਰ ਆਪਣੀ ਇਹ ਧਾਰਨਾ, ਜਦੋਂ ਅਸੀਂ 2002-2005 ਦੇ ਦੌਰਾਨ ਗੱਲ ਕਰਦੇ ਹੁੰਦੇ ਸੀਗੇ ਪਾਣੀ ਦੀ, ਤਾਂ ਲੋਕ ਇਹ ਕਹਿ ਦਿੰਦੇ ਸੀਗੇ ਪਾਣੀ ਕਦੀ ਨਹੀਂ ਮੁੱਕਦਾ। ਪਰ ਅਸੀਂ ਉਦੋਂ ਵੀ ਕਹਿੰਦੇ ਸੀ, ਹੁਣ ਬਹੁਤੇ ਬੰਦਿਆਂ ਨੂੰ ਮਹਿਸੂਸ ਹੋਣ ਲੱਗ ਗਿਆ। ਪਿਛਲੇ ਸਾਲ ਜਿਹੜੀ ਔੜ ਸ਼ੁਰੂਆਤੀ ਦਿਨਾਂ ਦੇ ਵਿੱਚ ਪਈ ਸੀਗੀ, ਉਹਨੇ ਪੰਜਾਬ ਦੇ ਬਹੁਤੇ ਲੋਕਾਂ ਦੀਆਂ ਚੀਕਾਂ ਕਢਾ ਦਿੱਤੀਆਂ ਸੀਗੀਆਂ, ਜਦੋਂ ਸਮਰਸੀਬਲ ਪੰਪ ਵੀ ਸੁੱਕਣੇ ਬੰਦ ਹੋ ਗਏ। ਔਰ ਹੁਣ ਐਸੇ ਸਾਲ ਦੀਆਂ ਅਖਬਾਰਾਂ ਦੇਖੋ, ਰਾਜਪੁਰੇ ਦੇ ਲਾਗੇ ਉਹਨਾਂ ਨੇ ਦੱਸਿਆ ਕਿ 5 ਪਿੰਡਾਂ ਦੇ ਵਿੱਚ ਸਮਰਸੀਬਲ ਪੰਪ ਜਿਹੜੇ ਆ ਉਹ ਬੰਦ ਹੋ ਗਏ। ਉਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਇਲਾਕਿਆਂ ਦੀਆਂ ਵੀ ਲੱਗੀਆਂ ਕਿ 200-250 ਫੁੱਟ ਡੂੰਘਾ ਪੱਤਣ ਜਿਹੜਾ ਪਾਣੀ ਦਾ, ਉੱਥੋਂ ਵੀ ਸਮਰਸੀਬਲ ਮੋਟਰਾਂ ਪਾਣੀ ਨਹੀਂ ਕੱਢ ਰਹੀਆਂ। ਸੋ ਹੁਣ ਲੋਕਾਂ ਨੂੰ ਲੱਗਦਾ ਕਿ ਮੁੱਕ ਜਾਂਦਾ ਪਾਣੀ। ਦੁਨੀਆ 2 ਐਗਜ਼ੈਂਪਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। 2 ਤਰ੍ਹਾਂ ਦੇ ਪਾਣੀ ਤੋਂ ਆਪਾਂ ਵਾਕਫ ਹੈ, ਇੱਕ ਜਿਹੜਾ ਧਰਤੀ ਦੇ ਉੱਪਰ ਪਾਣੀ ਹੈ, ਇੱਕ ਜਿਹੜਾ ਧਰਤੀ ਦੇ ਹੇਠਾਂ ਪਾਣੀ ਹੈ। ਧਰਤੀ ਦੇ ਉੱਪਰ ਜਿਹੜਾ ਪਾਣੀ ਆ, ਉਹਦੇ ਵਿੱਚ ਆਪਣੇ ਕੋਲ ਅਰਾਲ ਸੀ ਦੀ ਐਗਜ਼ੈਂਪਲ ਆਪਣੇ ਸਾਹਮਣੇ ਹੈ। ਉਹ ਮਤਲਬ ਇੰਨੀ ਵੱਡੀ ਝੀਲ ਸੀਗੀ ਕਿ ਉਹਨੂੰ ਸਮੁੰਦਰ ਕਿਹਾ ਜਾਂਦਾ ਸੀਗਾ, ਅਰਾਲ ਸੀ। ਔਰ ਉਹ ਜੇਕਰ ਤੁਸੀਂ ਇੰਟਰਨੈਟ ਦੇ ਉੱਪਰ ਖੋਜ ਕਰਕੇ ਦੇਖੋ ਤੇ ਉੱਥੇ ਰੇਤ ਦੇ ਵਿੱਚ ਵੱਡੇ ਵੱਡੇ ਸਮੁੰਦਰੀ ਬੇੜੇ ਜਿਹੜੇ ਆ, ਉਹਨਾਂ ਦੇ ਖੰਡਰ ਆਪਣੇ ਸਾਹਮਣੇ ਆ ਜਾਂਦੇ। ਉਹ ਖੰਡਰ ਬਣੇ ਬੇੜੇ ਜਿਹੜੇ ਆ ਉਹ ਉੱਥੇ ਖੜ੍ਹੇ ਆ। ਕੁਝ ਪੰਜਾਬੀ ਜਾਂ ਆਪਣੇ ਪੰਜਾਬ ਦੇ ਜਿਹੜੇ ਜੀ ਬਾਹਰ ਗਏ ਆ, ਜਿਹੜੇ ਘੁੰਮਦੇ ਫਿਰਦੇ ਆ, ਵੀਡੀਓ ਬਣਾ ਕੇ ਨੈੱਟ ਦੇ ਉੱਪਰ ਪਾਉਂਦੇ ਨੇ, ਉਹਨਾਂ ਨੇ ਵੀ ਉੱਥੇ ਜਾ ਕੇ ਉਹ ਸਾਰਾ ਮੰਜ਼ਰ ਖੌਫਨਾਕ ਜਿਹੜਾ ਉਹ ਦਿਖਾਇਆ ਹੋਇਆ ਕਿ ਸਮੁੰਦਰੀ ਜਹਾਜ਼ ਉੱਥੇ ਜਰਜਰੇ ਹੋਏ ਖੜ੍ਹੇ ਆ ਔਰ ਉੱਥੇ ਪਾਣੀ ਦੀ ਅੱਜ ਇੱਕ ਬੂੰਦ ਵੀ ਨਹੀਂ ਹੈਗੀ। ਸੋ ਜੇ ਅਰਾਲ ਵਰਗੀ ਵੱਡੀ ਝੀਲ ਸੁੱਕ ਸਕਦੀ ਹੈ, ਪੰਜਾਬ ਦੇ ਵਿੱਚ ਆਪਾਂ ਆਪਣੇ ਬਹੁਤੇ ਛੰਭ, ਜਿੰਨੇ ਪਾਣੀ ਦੇ ਸਰਫੇਸ ਵਾਲੇ ਸੋਮੇ ਸੀਗੇ, ਬਹੁਤੇ ਸੁੱਕਦੇ ਦੇਖ ਲਏ ਆ। ਦੂਜਾ ਆਪਾਂ ਇਹ ਸੋਚਦੇ ਹਾਂ ਕਿ ਧਰਤੀ ਦੇ ਹੇਠਾਂ ਜਿਹੜਾ ਪਾਣੀ ਹੈ, ਕਿਉਂਕਿ ਇਨਵਿਜ਼ੀਬਲ ਹੈ, ਇਹ ਦਿਸਦਾ ਨਹੀਂ ਹੈਗਾ, ਅਤੇ ਬਹੁਤੇ ਬੰਦਿਆਂ ਨੂੰ ਇਹ ਲੱਗਦਾ ਆ ਵੀ ਇਹ ਅਮੋਕੀ ਹੈ। ਉਹ ਵੀ ਅਮੁੱਕ ਨਹੀਂ ਹੈਗਾ। ਇੱਕ ਮੈਕਸੀਕੋ ਮੁਲਕ ਹੈ, ਉਹਦਾ ਸ਼ਹਿਰ ਦਾ ਨਾਮ ਹੀ ਮੈਕਸੀਕੋ ਹੈ। ਜਿਹੜੀ ਮੈਕਸੀਕੋ ਸਿਟੀ ਹੈ, ਮੈਕਸੀਕੋ ਸਿਟੀ ਨੇ ਆਪਣਾ ਜ਼ਮੀਨ ਹੇਠਲਾ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਕੱਢ ਲਿਆ। ਉਹਦੇ ਕੱਢਣ ਦੇ ਨਾਲ ਸਮੱਸਿਆ ਇਹ ਆਈ ਕਿ ਉੱਥੇ ਜ਼ਮੀਨ ਦੇ ਹੇਠਾਂ ਵੈਕਿਊਮ ਬਣ ਗਿਆ। ਉਸ ਸ਼ਹਿਰ ਦੀ ਧਰਤੀ ਦੀ ਬਣਤਰ ਇਸ ਤਰ੍ਹਾਂ ਦੀ ਹੈਗੀ ਹੈ ਕਿ ਉੱਥੇ ਜ਼ਮੀਨ ਹਰ ਸਾਲ 1.5 ਫੁੱਟ ਥੱਲੇ ਬੈਠ ਜਾਂਦੀ ਹੈ। ਮੈਂ ਆਖਰੀ ਵਾਰ ਉਹਦਾ ਜਿਹੜਾ ਡਾਟਾ ਆ ਉਹ 2008 ਦੇ ਵਿੱਚ ਦੇਖਿਆ ਸੀਗਾ। 2008 ਦੇ ਵਿੱਚ ਉਹ ਸ਼ਹਿਰ 28 ਫੁੱਟ ਜ਼ਮੀਨ ਦੇ ਵਿੱਚ ਗਰਕ ਹੋ ਚੁੱਕਾ ਸੀ। ਪੂਰੇ ਦਾ ਪੂਰਾ ਸ਼ਹਿਰ ਜ਼ਮੀਨ ਦੇ ਵਿੱਚ ਹੇਠਾਂ ਧੱਸਦਾ ਜਾ ਰਿਹਾ ਹੈ, ਇਸ ਕਰਕੇ ਕਿਉਂਕਿ ਉਹਨਾਂ ਨੇ ਧਰਤੀ ਦੇ ਹੇਠੋਂ ਜਿਹੜਾ ਪਾਣੀ ਦੇ ਪੱਤਣ ਸੀਗੇ ਉਹ ਸਾਰੇ ਮੁਕਾ ਲਏ। ਔਰ ਉੱਥੇ ਮਤਲਬ ਤੁਸੀਂ ਦੇਖੋਗੇ ਸੜਕਾਂ ਪਾਟ ਜਾਂਦੀਆਂ, ਸੀਵਰੇਜ ਦੀਆਂ, ਪਾਣੀ ਦੀਆਂ, ਵਾਟਰ ਸਪਲਾਈ ਦੀਆਂ ਪਾਈਪਾਂ ਟੁੱਟ ਜਾਂਦੀਆਂ, ਕਿਉਂਕਿ ਇੱਕਸਾਰ ਤਾਂ ਉਹ ਬੈਠ ਨਹੀਂ ਰਿਹਾ। ਸੋ ਜੇਕਰ ਮੈਕਸੀਕੋ ਦਾ ਪਾਣੀ ਜ਼ਮੀਨ ਦੇ ਹੇਠੋਂ ਖ਼ਤਮ ਹੋ ਸਕਦਾ ਹੈ ਤਾਂ ਦੁਨੀਆ ਦੇ ਕਿਸੇ ਵੀ ਖਿੱਤੇ ਦਾ ਪਾਣੀ ਜਿਹੜਾ ਆ ਉਹ ਜ਼ਮੀਨ ਦੇ ਹੇਠੋਂ ਖ਼ਤਮ ਹੋ ਸਕਦਾ। ਔਰ ਇਹ ਇਸ ਤਰ੍ਹਾਂ ਦਾ ਸਰੋਤ ਹੈ ਜਿਹਨੂੰ ਤੁਸੀਂ ਇੱਕਦਮ ਨਵਿਆ ਨਹੀਂ ਸਕਦੇ, ਉਹਨੂੰ ਇੱਕਦਮ ਦੁਬਾਰਾ ਉਹਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਸੋ ਇਹ ਇੰਨੀਆਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਫਸੇ ਹੋਣ ਕਰਕੇ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਜੀ ਆਪਾਂ ਇੱਥੇ ਬੈਠੇ ਹਾਂ ਜਾਂ ਪੰਜਾਬ ਦੇ ਵਿੱਚ ਜਿੱਥੇ ਵੀ ਗੱਲ ਹੁੰਦੀ ਹੈ, ਸੋ ਆਪਣੀ ਸਾਰਿਆਂ ਦੀ ਸਮੂਹਕ ਰੂਪ ਦੇ ਵਿੱਚ ਇਹ ਜ਼ਿੰਮੇਵਾਰੀ ਬਣਦੀ ਕਿ ਆਪਾਂ ਦੇਖੀਏ ਕਿ ਇਹ ਸਾਰੇ ਹਾਲਾਤ ਦੇ ਜਿਹੜੇ ਵੱਖ-ਵੱਖ ਪੱਖ ਨੇ ਉਹਨਾਂ ਨੂੰ ਆਪਾਂ ਕਿੱਦਾਂ ਮੁਖਾਤਬ ਹੋ ਸਕਦੇ। ਜੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਬਾਰੇ ਦੇ ਵਿੱਚ ਪਿਛਲੇ ਸਾਰੇ ਤਜਰਬੇ ਦੇ ਮੱਦੇ ਨਜ਼ਰ, ਕਿਉਂਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਲਈ ਕੋਈ ਥੋੜ੍ਹਾ ਸੰਘਰਸ਼ ਤਾਂ ਹੋਇਆ ਨਹੀਂ। ਲੱਖਾਂ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਧਰਮ ਯੁੱਧ ਮੋਰਚੇ ਦੇ ਦੌਰਾਨ, ਜਿਹਦੇ ਵਿੱਚ ਰਾਈਪੇਰੀਅਨ ਰੂਲ ਦੀ ਇੱਕ ਮੰਗ ਸੀਗੀ, ਇਹ ਜਿਹੜਾ ਉਦੋਂ ਚਾਰਟਰ ਸੀਗਾ ਡਿਮਾਂਡਸ ਦਾ। ਪਰ ਉਹਦੇ ਬਾਵਜੂਦ ਵੀ ਈਵਨ ਆ ਹੁਣ SYL ਨਹਿਰ ਦਾ ਰੌਲਾ ਪਿਆ, ਸਾਰੇ ਬੰਦਿਆਂ ਨੂੰ, ਪੰਜਾਬ ਦੀ ਜਿੰਨੀ ਪੋਲੀਟੀਕਲ ਕਲਾਸ ਆ, ਪੰਜਾਬ ਦੀ ਸੁਸਾਇਟੀ, ਜਿੰਨੇ ਵੀ ਹਿੱਸੇ ਚਰਚਾ ਕਰਦੇ ਪਾਣੀ ਦੀ, ਉਹਨਾਂ ਸਾਰਿਆਂ ਨੂੰ ਇਹ ਲੱਗਦਾ ਕਿ ਸਿਰਫ SYL ਹੀ ਪੰਜਾਬ ਦੇ ਦਰਿਆਈ ਪਾਣੀ ਦਾ ਮਸਲਾ ਆ।
ਹਾਲਾਂਕਿ ਕਿੰਨਾ ਪਾਣੀ ਜਾ ਰਿਹਾ ਆ ਪੰਜਾਬ ਦਾ, ਕਿਹੜੀਆਂ ਨਹਿਰਾਂ ਰਾਹੀਂ ਜਾ ਰਿਹਾ ਔਰ ਬੜੇ ਲੰਬੇ ਸਮੇਂ ਤੋਂ ਬੇਰੋਕ ਜਾ ਰਿਹਾ। ਜੇ ਆਪਾਂ ਮੁਕਤਸਰ ਦੀ ਗੱਲ ਕਰਦੇ ਹਾਂ ਥੋੜ੍ਹੇ ਸ਼ਬਦਾਂ ਦੇ ਵਿੱਚ, ਸਤਲੁਜ ਯਮੁਨਾ ਲਿੰਕ ਨਹਿਰ ਦੇ ਰਾਹੀਂ 35 ਲੱਖ ਏਕੜ ਫੁੱਟ ਪਾਣੀ ਜਾਣਾ ਸੀ। ਨਹਿਰ ਬੰਦ ਪਈ ਸਾਰਿਆਂ ਨੂੰ ਦਿਸਦੀ ਹੈ, ਪਰ ਇਹ ਗੱਲ ਦਾ ਕਿੰਨੇ ਬੰਦਿਆਂ ਨੂੰ ਪਤਾ ਕਿ ਉਹ 35 ਲੱਖ ਏਕੜ ਫੁੱਟ ਪਾਣੀ ਦੇ ਵਿੱਚੋਂ 18 ਲੱਖ ਏਕੜ ਫੁੱਟ ਪਾਣੀ ਆਲਰੇਡੀ ਹਰਿਆਣੇ ਨੂੰ ਮਿਲ ਰਿਹਾ। ਜਿਹੜੀ ਨਾਲ ਭਾਖੜਾ ਮੇਨ ਲਾਈਨ ਜਾਂਦੀ ਉਹਦੇ ਵਿੱਚ ਪਾਣੀ ਦਾ ਵੱਧ ਫਲੋ ਛੱਡ ਕੇ SYL ਦੇ ਰਾਹੀਂ ਜਿਹੜਾ ਪਾਣੀ ਜਾਣਾ ਸੀਗਾ ਉਹਦਾ ਓਨਾ ਪਾਣੀ ਜਿਹੜਾ ਆ ਉਹ ਪਹਿਲਾਂ ਹਰਿਆਣੇ ਨੂੰ ਦਿੱਤਾ ਜਾ ਰਿਹਾ। ਸੋ ਇਹ ਇੱਕ ਸਿੰਬੋਲਿਜ਼ਮ ਬਣ ਗਿਆ ਪੋਲੀਟੀਕਲ ਰਿਟੋਰਿਕ ਦਾ। ਕਿਸੇ ਨੇ ਵੋਟਾਂ ਲੈਣੀਆਂ ਹੋਣ ਪੰਜਾਬ ਦੇ ਵਿੱਚ, ਕਿਸੇ ਨੇ ਹਰਿਆਣੇ ਦੇ ਵਿੱਚ ਲੈਣੀਆਂ ਹੋਣ, ਉਹ ਇਸ ਗੱਲ ਨੂੰ ਚਰਚਾ ਦੇ ਵਿੱਚ ਲੈ ਜਾਂਦੇ ਆ ਔਰ ਮੀਡੀਆ ਵੀ ਜਿਹੜਾ ਆ ਉਹ ਉਸੇ ਗੱਲ ਦੇ ਉੱਪਰ ਹੀ ਹਾਈਪ ਬਣਾਉਣੀ ਸ਼ੁਰੂ ਕਰ ਦਿੰਦਾ। ਆਪਾਂ ਵੀ ਉਸੇ ਦੇ ਬਾਰੇ 'ਚ ਦੇਖਣ ਲੱਗ ਜਾਂਦੇ ਆ। ਉਹ ਇੱਕ ਲਾਰਜਰ ਸਮੱਸਿਆ ਦਾ ਇੱਕ ਛੋਟਾ ਪਾਰਟ ਸਾਡੇ ਸਾਹਮਣੇ ਹੈਗਾ, ਉਹ ਮੁਕੰਮਲ ਸਮੱਸਿਆ ਨਹੀਂ ਹੈਗੀ। ਸੋ ਇਸ ਕਰਕੇ ਸਾਡੇ ਸਮੱਸਿਆ ਦੇ ਕਿਹੜੇ ਪੱਖ ਚਰਚਾ ਦੇ ਵਿੱਚ ਆਉਂਦੇ ਆ, ਕਿਹੜੇ ਪੱਖ ਚਰਚਾ ਤੋਂ ਬਾਹਰ ਰਹਿ ਜਾਂਦੇ ਆ, ਇਹ ਵੀ ਸਾਡੇ ਵਾਸਤੇ ਅੱਜ ਇੱਕ ਸਮੱਸਿਆ ਬਣ ਗਈ ਹੈ। ਔਰ ਇਹ ਸਾਰੇ ਕਾਸੇ ਦੇ ਮੱਦੇ ਨਜ਼ਰ ਇੰਨੀ ਹਾਈਪ ਬਣਨ ਦੇ ਬਾਵਜੂਦ, ਇੰਨੀ ਇੰਟੈਂਸ ਦੂਸ਼ਣਬਾਜ਼ੀ ਗੱਲਬਾਤ ਸਾਰਾ ਕੁਝ ਚੱਲਣ ਦੇ ਬਾਵਜੂਦ ਵੀ ਅਸੀਂ ਹੱਲ ਦੇ ਉਹਨਾਂ ਪ੍ਰੈਕਟੀਕਲ ਸਟੈਪਸ ਵੱਲ, ਉਹਨਾਂ ਵਿਹਾਰਕ ਕਦਮਾਂ ਵੱਲ ਨਹੀਂ ਸੋਚਦੇ ਜਿਹਦੇ ਵਿੱਚ ਆਪਾਂ ਕਰ ਸਕਦੇ ਹਾਂ। ਅਤੇ ਆਖਰੀ ਗੱਲ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਅਸੀਂ ਜ਼ਿਆਦਾਤਰ ਉਹਨਾਂ ਹੱਲਾਂ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਸਾਡੇ ਉੱਤੇ ਨਿੱਜੀ ਤੌਰ ਦੇ ਉੱਤੇ ਕੋਈ ਵਜ਼ਨ ਨਹੀਂ ਪੈਂਦਾ। ਤੁਸੀਂ ਕਹੋ ਜੀ ਕਿ ਪੰਜਾਬ ਦਾ ਦਰਿਆਈ ਪਾਣੀ ਮਿਲਣਾ ਚਾਹੀਦਾ, ਸਰਕਾਰਾਂ ਨੂੰ ਹੱਲ ਕਰਨੇ ਚਾਹੀਦੇ ਆ, ਇਹ ਗੱਲਾਂ ਸਾਰੀਆਂ ਠੀਕ ਨੇ, ਇਹਨਾਂ ਗੱਲਾਂ ਦੇ ਤੇ ਕੋਈ ਵਿਰੋਧ ਦੇ ਵਿੱਚ ਵੀ ਨਹੀਂ ਹੈਗਾ। ਪਰ ਮਸਲਾ ਇਹ ਹੈ ਕਿ ਉਸ ਸਾਰੇ ਹਾਲਾਤ ਦਾ ਇਹ ਇੱਕ ਹੀ ਪੱਖ ਆ। ਜੇ ਅਸੀਂ ਉਸ ਇੱਕ ਪੱਖ ਨੂੰ ਵੀ ਕਵਰ ਕਰ ਲਈਏ, ਉਹਦੇ ਨਾਲ ਸਾਡੀ ਸਮੁੱਚੀ ਸਮੱਸਿਆ ਇੰਨੀ ਵਿਕਰਾਲ ਆ ਕਿ ਉਹ ਹੱਲ ਨਹੀਂ ਹੁੰਦੀ। ਸਾਨੂੰ ਦੂਜੇ ਪੱਖ ਵੀ ਨਾਲ ਦੀ ਨਾਲ ਦੇਖਣੇ ਪੈਣੇ ਆ ਔਰ ਉਹਨਾਂ ਪੱਖਾਂ ਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਹੈਗਾ ਜਿਹੜਾ ਆਪਾਂ ਆਪਣੇ ਤੌਰ ਦੇ ਉੱਪਰ ਕਰ ਸਕਦੇ ਹਾਂ। ਜਿੱਦਾਂ ਮੀਂਹ ਦੇ ਪਾਣੀ ਨੂੰ ਬਚਾਉਣ ਦੀ ਗੱਲ ਥੋੜ੍ਹਾ ਜਿਹਾ ਛੋਇਆ, ਇੱਕ ਘਰ ਜਿਹੜਾ ਆ ਉਹ ਆਪਣੇ ਘਰ ਦੀ ਛੱਤ ਤੋਂ ਆਪ ਦੇ ਪੀਣ ਜੋਗਾ ਪਾਣੀ ਸਾਲ ਦਾ ਬਚਾ ਸਕਦਾ। ਪਰ ਆਪਾਂ ਉਹਦੇ ਬਾਰੇ ਦੇ ਵਿੱਚ ਜੇ ਗੱਲ ਕਰੀਏ, ਮਤਲਬ ਅਸੀਂ ਪਿਛਲੇ ਦਿਨੀ ਇਸ ਸੰਬੰਧੀ ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਦੇ ਵੱਲੋਂ ਗੱਲ ਚਲਾਈ ਅਤੇ ਬੜੇ ਬੰਦੇ ਨੇ ਕਿਹਾ ਕਿ ਜਿੰਨੀ ਦੇਰ ਤੱਕ ਰਾਜਸਥਾਨ ਨਹਿਰ ਨੂੰ ਟੱਕ ਨਹੀਂ ਲੱਗਦਾ ਉਨੀ ਦੇਰ ਤੱਕ ਤੁਸੀਂ ਮੀਂਹ ਰਾਹੀਂ ਕਿੰਨਾ ਕੁ ਪਾਣੀ ਬਚਾ ਲਓਗੇ। ਹੁਣ ਉਹਨੂੰ ਟੱਕ ਲੱਗਦੇ ਨੂੰ ਤਾਂ ਪਿਛਲੇ 50-60 ਸਾਲ ਦੀ ਸਟਰਗਲ ਸਾਡੇ ਸਾਹਮਣੇ ਪਈ ਹੋਈ ਹੈ, ਉਹ ਤਾਂ ਆਪਣੇ ਸਾਹਮਣੇ ਹੀ ਹੈ। ਇਹ ਮਿਊਚੁਅਲੀ ਐਕਸਕਲੂਸਿਵ ਨਹੀਂ ਹੈਗਾ ਕਿ ਉਹਨੂੰ ਟੱਕ ਲੱਗੇ ਨਾ ਅਤੇ ਜਿਹੜਾ ਅਸੀਂ ਬਚਾ ਸਕਦੇ ਹਾਂ ਉਹ ਅਸੀਂ ਬਚਾਈਏ ਨਾ। ਸੋ ਇਹ ਸਾਰੇ ਪੱਖਾਂ ਦੇ ਮੱਦੇ ਨਜ਼ਰ ਆਪਾਂ ਆਪਣੇ ਤੌਰ ਦੇ ਉੱਪਰ ਕੀ ਕਰ ਸਕਦੇ, ਇਸ ਗੱਲ ਦਾ ਹੱਲ ਕਦਮ ਜਿਹੜੇ ਆ ਉਹ ਆਪਾਂ ਨੂੰ ਪੁੱਟਣੇ ਚਾਹੀਦੇ ਆ।